ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਪੀਐਮ ਮੋਦੀ ਨੇ ਨਰਾਤਿਆਂ ਦੀਆਂ ਵਧਾਈਆਂ ਨਾਲ ਕੀਤੀਆਂ। ਉਨ੍ਹਾਂ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ਦੇਸ਼ ਆਤਮ ਨਿਰਭਰ ਮੁਹਿੰਮ ਵੱਲ ਇੱਕ ਵੱਡਾ ਕਦਮ ਚੁੱਕ ਰਿਹਾ ਹੈ। ਭਲਕੇ 22 ਸਤੰਬਰ ਨੂੰ ਸੂਰਜ ਚੜ੍ਹਨ ਦੇ ਨਾਲ ਅਗਲੀ ਪੀੜ੍ਹੀ ਦੀ ਜੀਐਸਟੀ ਲਾਗੂ ਹੋ ਜਾਵੇਗੀ। ਇੱਕ ਤਰ੍ਹਾਂ ਨਾਲ ਭਲਕੇ ਤੋਂ ਦੇਸ਼ ਭਰ ਵਿੱਚ ਜੀਐਸਟੀ ਬਚਤ ਤਿਉਹਾਰ ਦੀ ਸ਼ੁਰੂਆਤ ਹੈ। ਇਹ ਜੀਐਸਟੀ ਤਿਉਹਾਰ ਤੁਹਾਡੀ ਬਚਤ ਨੂੰ ਵਧਾਏਗਾ ਅਤੇ ਲੋਕਾਂ ਨੂੰ ਉਹ ਵਸਤਾਂ ਖਰੀਦਣ ਦੀ ਹਿੰਮਤ ਦੇਵੇਗਾ ਜਿਹੜੀਆਂ ਉਹ ਚਾਹੁੰਦੇ ਨੇ। 22 सितंबर को सूर्योदय के साथ ही नेक्स्ट जनरेशन जीएसटी रिफॉर्म्स लागू हो जाएंगे। एक तरह से कल से देश में जीएसटी बचत उत्सव शुरू होने जा रहा है। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਗਰੀਬ ਮੱਧ-ਵਰਗ, ਨਵੇਂ ਮੱਧ-ਵਰਗ, ਨੌਜਵਾਨ ਕਿਸਾਨ, ਔਰਤਾਂ ਅਤੇ ਕਾਰੋਬਾਰੀ ਇਸ ਬਚਤ ਤਿਉਹਾਰ ਦਾ ਲਾਭ ਉਠਾਉਣਗੇ। ਪੀਐਮ ਨੇ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਇਸ ਬਚਤ ਤਿਉਹਾਰ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੁਧਾਰ ਭਾਰਤ ਦੀ ਵਿਕਾਸ ਕਹਾਣੀ ਨੂੰ ਤੇਜ਼ ਕਰਨਗੇ। ਇਹ ਕਾਰੋਬਾਰ ਨੂੰ ਆਸਾਨ ਬਣਾਉਣਗੇ ਅਤੇ ਪੂੰਜੀਕਾਰੀ ਨੂੰ ਵਧਾਉਣ ਦੇ ਵਿੱਚ ਸਹਿਯੋਗ ਦੇਣਗੇ। हमारे देश के गरीब, मध्यम वर्गीय लोग, न्यू मिडिल क्लास, युवा, किसान, महिलाएं, दुकानदार, व्यापारी, उद्यमी, सभी को ये बचत उत्सव का बहुत फायदा होगा। यानी ਪੀਐਮ ਮੋਦੀ ਨੇ ਕਿਹਾ ਕਿ ਸਾਲ 2014 ਵਿੱਚ ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਇੱਕ ਵਿਦੇਸ਼ੀ ਅਖਬਾਰ ਨੇ ਇੱਕ ਕੰਪਨੀ ਦੀਆਂ ਮੁਸ਼ਕਲਾਂ ਦਾ ਵੇਰਵਾ ਸਾਂਝਾ ਕਰਦਿਆਂ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਬੈਂਗਲੁਰੂ ਤੋਂ 570 ਕਿਲੋਮੀਟਰ ਦੂਰ ਹੈਦਰਾਬਾਦ ਤੱਕ ਸਮਾਨ ਭੇਜਣਾ ਜ਼ਿਆਦਾ ਮੁਸ਼ਕਿਲ ਹੈ, ਜਦਕਿ ਉਹਨਾਂ ਨੂੰ ਬੈਂਗਲੁਰੂ ਤੋਂ ਯੂਰਪ ਅਤੇ ਉੱਥੋਂ ਹੈਦਰਾਬਾਦ ਭੇਜਣਾ ਸੌਖਾ ਹੁੰਦਾ ਹੈ। ਇਹ ਟੈਕਸ ਭੁਲੇਖੇ ਦੇ ਹਾਲਾਤ ਸਨ ਜਿਸ ਨਾਲ ਵਧੇ ਖਰਚੇ ਦਾ ਖਮਿਆਜ਼ਾ ਗਰੀਬ ਨੂੰ ਭੁਗਤਣਾ ਪੈਂਦਾ ਸੀ। टैक्स और टोल के जंजाल की वजह से ये तब के हालात थे। और मैं आपको सिर्फ एक पुराना उदाहरण याद दिला रहा हूं। तब ऐसी लाखों कंपनियों को, लाखों करोड़ों देशवासियों को अलग अलग तरह के टैक्स के जाल की वजह से हर रोज परेशानी होती थी। ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਨੂੰ ਇਸ ਸਥਿਤੀ ਵਿੱਚੋਂ ਕੱਢਣਾ ਜ਼ਰੂਰੀ ਸੀ। ਜਦੋਂ ਦੇਸ਼ ਦੀ ਜਨਤਾ ਨੇ 2014 ਨੂੰ ਉਹਨਾਂ ਦੀ ਸਰਕਾਰ ਨੂੰ ਮੌਕਾ ਦਿੱਤਾ ਤਾਂ ਜੀਐਸਟੀ ਨੂੰ ਤਰਜੀਹ ਦਿੱਤੀ ਗਈ। ਕੇਂਦਰ ਵੱਲੋਂ ਹਿੱਤਧਾਰਕਾਂ ਅਤੇ ਸੂਬਿਆਂ ਨਾਲ ਗੱਲ ਕੀਤੀ ਗਈ। ਹਰ ਸਮੱਸਿਆ ਦਾ ਹੱਲ ਲੱਭਿਆ। ਉਦੋਂ ਹੀ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਸੰਭਵ ਹੋਇਆ ਜਿਸ ਨਾਲ ਸਾਲ 2017 ਦੇ ਵਿੱਚ ਅਮਲ ਵਿੱਚ ਲਿਆਂਦਾ ਗਿਆ। जब आपने हमें 2014 में अवसर दिया तो हमने जनहित में, देश हित में जीएसटी को अपनी प्राथमिकता बनाया। ਪੀਐਮ ਮੋਦੀ ਨੇ ਕਿਹਾ ਕਿ ਇੱਕ ਰਾਸ਼ਟਰ ਇੱਕ ਟੈਕਸ ਦਾ ਸੁਪਨਾ ਸਾਕਾਰ ਹੋ ਗਿਆ ਹੈ। ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ ਜਿਹੜੀ ਸਮੇਂ ਅਤੇ ਜ਼ਰੂਰਤਾਂ ਦੇ ਨਾਲ ਵਿਕਸਿਤ ਹੁੰਦੀ ਹੈ। ਇਸ ਲਈ ਦੇਸ਼ ਦੀਆਂ ਮੌਜੂਦਾ ਜ਼ਰੂਰਤਾਂ ਅਤੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਨਵੇਂ ਜੀਐਸਟੀ ਸੁਧਾਰ ਲਾਗੂ ਕੀਤੇ ਜਾ ਰਹੇ ਨੇ। कि देश दर्जनों टैक्सों के जाल से मुक्त हुआ और पूरे देश के लिए एक जैसी व्यवस्था बनी। वन नेशन वन टैक्स का सपना साकार हुआ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਗਰੀਬਾਂ ਦੀ ਵਾਰੀ ਹੈ। ਉਹਨਾਂ ਨੂੰ ਦੋਹਰਾ ਬੋਨਸ ਮਿਲ ਰਿਹਾ ਹੈ। ਜੀਐਸਟੀ ਕੱਟਣ ਨਾਲ ਉਹਨਾਂ ਨੂੰ ਕਾਰ, ਟੀਵੀ, ਫਰਿੱਜ, ਬਾਈਕ ਅਤੇ ਸਕੂਟਰ ਖਰੀਦਣ ਦੇ ਲਈ ਘੱਟ ਕੀਮਤ ਚੁਕਾਉਣੀ ਪਵੇਗੀ। ਯਾਤਰਾ ਵੀ ਸਸਤੀ ਹੋ ਜਾਵੇਗੀ। जीएसटी के ये नए रिफॉर्म्स लागू हो रहे हैं। नए स्वरूप में मुख्य रूप से अब सिर्फ 5% और 18% के ही टैक्स स्लैब रहेंगे। इसका मतलब है रोजमर्रा के इस्तेमाल की ज्यादातर चीजें और सस्ती हो जाएगी।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਦੁਕਾਨਦਾਰ GST ਬਦਲਾਵਾਂ ਨੂੰ ਲੈ ਕੇ ਉਤਸ਼ਾਹਿਤ ਨੇ। ਉਹ ਇਸ ਨੂੰ ਗ੍ਰਾਹਕਾਂ ਤੱਕ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਨੇ। ਅਸੀਂ ਨਾਗਰਿਕ ਦੇਵੋ ਭਵ ਦੇ ਮੰਤਰ ਦੇ ਨਾਲ ਅੱਗੇ ਵਧ ਰਹੇ ਹਾਂ। ਇਹ ਨਵੇਂ GST ਵਿੱਚ ਝਲਕਦਾ ਹੈ। ਜੇਕਰ ਅਸੀਂ ਆਮਦਨ ਕਰ ਅਤੇ GST ਦੀਆਂ ਛੋਟਾਂ ਨੂੰ ਜੋੜਦੇ ਹਾਂ ਤਾਂ ਦੇਸ਼ ਦੇ ਲੋਕ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਬਚਤ ਕਰਨਗੇ। नागरिक देवो भवः, नागरिक देवो भवः के जिस मंत्र के साथ आगे बढ़ रहे हैं, नेक्स्ट जनरेशन GST रिफॉर्म में इसकी साफ झलक दिखाई देती है।